हाँ जी नमस्कार जी, स्वागत है तुहाडी सारिਆਂ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹਬ ਦੇ ਉੱਤੇ। ਤਾਂ ਆਪਾਂ ਅੱਜ ਸਟੈਟਿਕ ਜੀਕੇ ਦੇ ਕੁਐਸਚਨ ਕਰਾਂਗੇ ਕਿ ਜਿਹੜੇ ਕਿ ਪੇਪਰਾਂ ਦੇ ਵਿੱਚ ਆਏ ਹੋਏ ਨੇ ਪਹਿਲਾਂ, ਠੀਕ ਹੈ, ਜਾਂ ਫਿਰ ਤੁਸੀਂ ਪਹਿਲਾਂ ਨਹੀਂ ਪੜ੍ਹੇ ਹੋਣੇ, ਉਹ ਵਾਲੇ ਆਪਾਂ ਜਿਹੜੇ ਕੁਐਸਚਨ ਨੇ ਅੱਜ ਸਟੈਟਿਕ ਜੀਕੇ ਦੇ ਵਿੱਚ ਕਰਨ ਵਾਲੇ ਹਾਂ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ, ਕਿਉਂਕਿ ਜਿਹਦੇ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲਦੀ ਰਹੇ। ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿਵੇਂ ਬਹੁਤ ਸਾਰੇ ਪੇਪਰ ਆ ਰਹੇ ਨੇ, ਪੰਜਾਬ ਪੁਲਿਸ ਦੇ ਪੇਪਰ ਆ ਰਹੇ ਨੇ, ਉਸ ਤੋਂ ਬਾਅਦ ਕਲਰਕ ਤੇ ਅਗਲੇ ਮਹੀਨੇ ਦੇ ਵਿੱਚ ਪੇਪਰ ਹੋਣਗੇ, ਫਿਰ ਵੀਡੀਓ ਦੇ ਜਨਵਰੀ ਦੇ ਵਿੱਚ ਪੇਪਰ ਹੈ, ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ ਜਨ ਦੇ ਵਿੱਚ, ਯਾਨੀ ਕਿ ਹੁਣ ਜਿਹੜੇ ਹੈਗੇ ਨੇ ਸਾਰੇ ਐਗਜ਼ਾਮ ਚੱਲਣਗੇ। ਤਾਂ ਉਹਦੇ ਲਈ ਜਿਹੜਾ ਹੈਗਾ ਸਟੈਟਿਕ ਜੀਕੇ ਦਾ ਪੋਰਸ਼ਨ ਜਿਹੜਾ ਇੰਪੋਰਟੈਂਟ ਜਿਹੜਾ ਹੈਗਾ ਇੱਕ ਪਾਰਟ ਉਹ ਆਪਾਂ ਅੱਜ ਕਰਨ ਵਾਲੇ ਹਾਂ, ਠੀਕ ਹੈ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੇਖੋ ਪਹਿਲਾ ਕੁਐਸਚਨ ਹੈ ਵਰਲਡ ਇਨਵੈਸਟਮੈਂਟ ਰਿਪੋਰਟ। ਜਿਹੜੀ ਵਰਲਡ ਦੀ ਇਨਵੈਸਟਮੈਂਟ ਰਿਪੋਰਟ ਜਿਹੜੀ ਹੈਗੀ ਹੈ ਉਹ ਆਉਂਦੀ ਹੈ, ਉਹ ਕਿਹਦੇ ਦੁਆਰਾ ਜਿਹੜੀ ਹੈਗੀ ਹੈ ਪਬਲਿਸ਼ ਕੀਤੀ ਜਾਂਦੀ ਹੈ, ਠੀਕ ਹੈ। ਤੁਹਾਡੇ ਕੋਲ ਚਾਰ ਆਪਸ਼ਨ ਨੇ ਇੱਥੇ ਤੁਸੀਂ ਦੇਖ ਸਕਦੇ ਹੋ, IMF, ਉਸ ਤੋਂ ਬਾਅਦ ਹੈ UNCTAD, ਠੀਕ ਹੈ, ਉਸ ਤੋਂ ਤੀਸਰਾ ਆਪਸ਼ਨ ਹੈ AIIB, ਉਸ ਤੋਂ ਬਾਅਦ ਹੈ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਵਰਲਡ ਇਨਵੈਸਟਮੈਂਟ ਦੀ ਜਿਹੜੀ ਰਿਪੋਰਟ ਹੈ ਉਹ ਕਿਹਦੇ ਦੁਆਰਾ ਪਬਲਿਸ਼ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਹੈ UNCTAD ਦੁਆਰਾ। ਇਹ ਕੀ ਚੀਜ਼ ਹੈ? ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਹੈ, ਠੀਕ ਹੈ। IMF ਦਾ ਤੁਹਾਨੂੰ ਪਤਾ ਹੀ ਹੋਣਾ, ਇੰਟਰਨੈਸ਼ਨਲ ਮੋਨੇਟਰੀ ਫੰਡ ਹੁੰਦਾ ਇਹ। ਅਨਕੈਟ ਦਾ UNCTAD ਦਾ ਮੈਂ ਹੁਣ ਦੱਸਿਆ ਇਹ ਕਿ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ, ਠੀਕ ਹੈ ਜੀ। ਟ੍ਰੇਡ ਐਂਡ ਡਿਵੈਲਪਮੈਂਟ ਤੋਂ ਤੁਸੀਂ ਜਿਹੜਾ ਹੈਗਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਨਵੈਸਟਮੈਂਟ ਦੇ ਰਿਲੇਟਡ ਜਿਹੜਾ ਹੈਗਾ ਉਹ ਇਹ ਹੋਊਗਾ। 1964 ਦੇ ਵਿੱਚ ਜਿਹੜੀ ਹੈਗੀ ਹੈ ਇਹ ਬਣੀ ਸੀ। ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਆਪਣੀ ਨੈਕਸਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਆਪਣੀ AIIB। AIIB ਕੀ ਹੁੰਦਾ? ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਇਹਦੀ ਜਿਹੜੀ ਹੈਗੀ ਹੈ ਉਹ ਫੁੱਲ ਫਾਰਮ ਹੈ। ਇਹ ਬੈਂਕ ਜਿਹੜਾ ਹੈਗਾ ਇਹਦੇ ਵਿੱਚ ਕਰੰਟਲੀ 105 ਮੈਂਬਰ ਜਿਹੜੇ ਹੈਗੇ ਨੇ, ਐਤਕੀ ਮੌਜੂਦਾ ਟਾਈਮ ਤੇ ਜਿਹਦੇ ਵਿੱਚ 105 ਮੈਂਬਰ ਇਹਦੇ ਵਿੱਚ ਹੁਣ ਪ੍ਰੈਜ਼ੈਂਟ ਨੇ। ਉਸ ਤੋਂ ਬਾਅਦ ਹੈ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਹੈ ਤਾਂ ਸਿੰਪਲ ਹੀ ਹੈ। AIIB ਦਾ ਜਿਹੜਾ ਹੈੱਡਕੁਆਟਰ ਉਹ ਕਿੱਥੇ ਹੈ? ਬੀਜਿੰਗ ਚਾਈਨਾ ਦੇ ਵਿੱਚ, ਠੀਕ ਹੈ। ਫਾਰਮੇਸ਼ਨ ਕਦੋਂ ਹੋਈ ਸੀਗੀ? 16 ਜਨਵਰੀ 2016 ਦੇ ਵਿੱਚ। ਤਾਂ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਇਹ ਸਮਝ ਆ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਹਾਂ। ਨੈਕਸਟ ਕੁਐਸਚਨ ਜਿਹੜਾ ਹੈਗਾ ਕੀਰਤੀ ਕਿਸਾਨ ਸਭਾ ਫਾਊਂਡਡ ਬਾਈ ਗਦਰ ਪਾਰਟੀ ਇਸਟੈਬਲਿਸ਼ ਔਨ ਵਿਚ ਡੇਟ। ਜਿਹੜੀ ਕੀਰਤੀ ਕਿਸਾਨ ਸਭਾ ਪਾਰਟੀ ਹੈ ਇਹ ਤੁਸੀਂ ਨਾਮ ਸੁਣਿਆ ਹੋਣਾ ਜਦੋਂ ਭਗਤ ਸਿੰਘ ਬਾਰੇ ਜਦੋਂ ਪੜ੍ਹਿਆ ਸੀਗਾ, ਠੀਕ ਹੈ। ਪੰਜਾਬ ਦੇ ਵਿੱਚ ਪੰਜਾਬ ਤੋਂ ਰਿਲੇਟਡ ਜਿਹੜਾ ਕੁਐਸਚਨ ਹੈ ਇੱਕ ਲੈ ਕੇ ਆਇਆ ਸਟੈਟਿਕ ਜੀਕੇ ਦਾ ਕਿ ਕੀਰਤੀ ਕਿਸਾਨ ਸਭਾ ਜਿਹੜੀ ਪਾਰਟੀ ਫਾਰਮ ਹੋਈ ਸੀਗੀ ਇਸਟੈਬਲਿਸ਼ ਔਨ ਵਿਚ ਡੇਟ, ਗਦਰ ਪਾਰਟੀ ਦੁਆਰਾ ਇਸਟੈਬਲਿਸ਼ ਕੀਤੀ ਗਈ ਸੀ, ਇਹ ਕਿਹੜੀ ਤਰੀਕ ਨੂੰ ਜਿਹੜੀ ਹੈਗੀ ਹੈ ਉਹ ਬਣੀ ਸੀਗੀ? ਇਹਦਾ ਕਰੈਕਟ ਆਨਸਰ ਕੀ ਹੈ? 12 ਅਪ੍ਰੈਲ 1928। ਆਪਸ਼ਨ ਸੀ ਇਸਦਾ ਕਰੈਕਟ ਆਨਸਰ ਹੈ 12 ਅਪ੍ਰੈਲ 1928। ਬਾਕੀ ਦਾ ਸਾਰੀਆਂ ਰੈਂਡਮ ਡੇਟ ਦੇ ਰੱਖੀਆਂ ਨੇ, ਇਹਦੇ ਵਿੱਚ ਸਮਝਾਉਣ ਵਾਲਾ ਤਾਂ ਕੋਈ ਹੈ ਨਹੀਂ। ਸਿੰਪਲ ਕੁਐਸਚਨ ਹੈ ਕਿ ਗਦਰ ਪਾਰਟੀ ਨੇ ਕੀਰਤੀ ਕਿਸਾਨ ਪਾਰਟੀ ਜਿਹੜੀ ਹੈਗੀ ਹੈ ਫਾਊਂਡ ਕੀਤੀ ਸੀਗੀ ਤੇ ਕਿੰਨੀ ਡੇਟ ਨੂੰ ਕੀਤੀ ਸੀਗੀ ਉਹ ਤੁਸੀਂ ਦੱਸਣਾ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਥਰਡ ਕੁਐਸਚਨ ਆਪਣਾ ਕੀ ਹੈ? ਇੰਟਰਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਆਫ ਸੋਲਿਸਟਿਸ ਇਜ਼ ਗਲੋਬਲੀ ਆਬਜ਼ਰਵਡ ਔਨ ਵਿਚ ਡੇਟ, ਠੀਕ ਹੈ। ਇਹ ਕੁਐਸਚਨ ਹੈ ਤੁਹਾਡਾ। ਜਿਵੇਂ ਡੇਟਸ ਵਾਲੇ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਤੁਸੀਂ ਯਾਦ ਕਰਨੇ ਨੇ। ਇਹਦੇ ਵਿੱਚੋਂ ਇੱਕ ਇਹ ਵੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ, ਤੁਸੀਂ ਆਈ ਥਿੰਕ ਪਹਿਲਾਂ ਨਹੀਂ ਪੜ੍ਹਿਆ ਹੋਣਾ ਇਹ ਕੁਐਸਚਨ, ਤਾਂ ਕਰਕੇ ਮੈਂ ਲੈ ਕੇ ਆਇਆ, ਕਿਉਂਕਿ ਬਹੁਤ ਸਾਰੇ ਕੁਐਸਚਨ ਨੋਰਮਲ ਡੇਟਾਂ ਤਾਂ ਪੜ੍ਹ ਲੈਂਦੇ ਨੇ ਤੇ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਨੇ ਪੇਪਰ ਦੇ ਵਿੱਚ ਆਉਣ ਵਾਲੀਆਂ ਉਹ ਨਹੀਂ ਪੜ੍ਹਦੇ। ਤਾਂ ਇਹ ਕਦੋਂ ਬਣਾਇਆ ਜਾਂਦਾ ਹੈ? ਇੰਟਰਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਆਫ ਸੋਲਿਸਟਿਸ, ਇਹ ਬਣਾਇਆ ਜਾਂਦਾ ਆਪਣਾ ਜੂਨ 20, ਠੀਕ ਹੈ। 21 ਜੂਨ ਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਡੇ ਆਫ ਸੋਲਿਸਟਿਸ ਇਹ ਬਣਾਇਆ ਜਾਂਦਾ ਹੈ। ਬਾਕੀ ਸਾਰੀਆਂ ਰੈਂਡਮ ਜਿਹੜੀਆਂ ਡੇਟਸ ਨੇ ਉਹ ਇਹ ਦੇ ਰੱਖੀਆਂ ਨੇ, ਠੀਕ ਹੈ। ਤੇ ਇਹ ਜਿਹੜੀਆਂ ਹੈਗੀਆਂ ਨੇ ਕੰਟਰੀਜ਼ ਇੰਟਰਨੈਸ਼ਨਲ ਡੇ ਆਫ ਸੋਲਿਸਟਿਸ, ਇਹ ਜਿਹੜੀਆਂ ਕੰਟਰੀਜ਼ ਕੁਝ ਕੰਟਰੀਜ਼ ਨੇ ਕ੍ਰੋਏਸ਼ੀਆ, ਰਸ਼ੀਆ, ਆਸਟ੍ਰੇਲੀਆ, ਸਵੀਡਨ, ਆਈਲੈਂਡ, ਓਟਾਵਾ, ਅਲਾਸਕਾ, ਇੰਗਲੈਂਡ, ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਇਹਨੂੰ ਬਣਾਉਂਦੀਆਂ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ, ਪਲਾਨ ਹੋਲੀਡੇ ਇਜ਼ ਡਿਕਲੇਅਰਡ ਆਫਟਰ ਵਿਚ 5 ਈਅਰ ਪਲਾਨ। ਦੇਖੋ ਆਪਣੇ ਕੋਲ 12 5 ਈਅਰ ਪਲਾਨ ਆਏ ਸੀ 1951 ਤੋਂ, ਜਿਹੜਾ ਪਹਿਲਾ 5 ਈਅਰ ਪਲਾਨ ਹੈ ਜਿਹੜੇ ਹੈਗੇ ਨੇ ਸਟਾਰਟ ਹੋਏ ਸੀਗੇ। ਤੇ ਹਰ ਇੱਕ 5 ਸਾਲ ਦੀ ਇਹਨਾਂ ਦੀ ਜਿਹੜੀ ਲਿਮਿਟ ਹੈ ਉਹ ਹੁੰਦੀ ਹੈ। ਹਰ 5 ਸਾਲ ਬਾਅਦ ਦੂਜਾ ਫਿਰ ਜਿਹੜਾ ਪਲਾਨ ਹੈ ਉਹ ਆਉਂਦਾ ਸੀਗਾ, ਫਿਰ ਤੀਜਾ ਆਉਂਦਾ ਸੀਗਾ, ਫਿਰ ਚੌਥਾ ਆਉਂਦਾ ਸੀਗਾ। ਉਸ ਤੋਂ ਬਾਅਦ ਹੁਣ ਸਾਰੇ ਪਲਾਨ ਖਤਮ ਕਰਤੇ ਸੀਗੇ, ਫਿਰ ਮੋਦੀ ਸਰਕਾਰ ਨੇ ਨੀਤੀ ਆਯੋਗ ਜਿਹੜਾ ਹੈਗਾ ਉਹ ਚਲਵਾਇਆ ਸੀਗਾ। ਐਵੇਂ ਹੀ ਜਿਹੜੇ ਪਲਾਨ ਦੇ ਵਿੱਚ ਹੋਲੀਡੇ ਜਦੋਂ ਆਇਆ ਸੀਗਾ, ਪਹਿਲਾ ਹੋਲੀਡੇ ਕਿਹੜੇ 5 ਈਅਰ ਪਲਾਨ ਤੋਂ ਬਾਅਦ ਆਇਆ ਸੀਗਾ? ਤਾਂ ਉਹ ਆਪਸ਼ਨ ਦੇ ਵਿੱਚ ਹੈ 3rd 5 ਈਅਰ ਪਲਾਨ ਤੋਂ ਬਾਅਦ ਆਪਣਾ ਜਿਹੜਾ ਪਲਾਨ ਹੋਲੀਡੇ ਜਿਹੜਾ ਉਹ ਆਇਆ ਸੀਗਾ, ਠੀਕ ਹੈ।
1951 ਤੋਂ 1956 ਤੱਕ ਜਿਹੜੇ ਹੈਗੇ ਨੇ ਆਪਣੇ ਪਹਿਲਾ ਜਿਹੜਾ ਹੈਗਾ ਆਪਣਾ ਆਇਆ ਸੀਗਾ। ਤੇ ਉਹਦਾ ਤੁਸੀਂ ਮਾਡਲ ਦਾ ਨਾਮ ਵੀ ਯਾਦ ਰੱਖਣਾ ਕਿ ਕਿਹੜੇ ਮਾਡਲ ਦੇ ਵਿੱਚ ਆਇਆ ਸੀਗਾ, ਕਿਹੜੇ ਸੰਨ ਦੇ ਵਿੱਚ ਆਇਆ ਸੀਗਾ, ਤੇ ਇਹਦੇ ਵਿੱਚ ਕੀ ਕੁਝ ਕੀਤਾ ਸੀਗਾ। ਜਿਵੇਂ ਕਿਸੇ ਦੇ ਵਿੱਚ ਐਗਰੀਕਲਚਰ ਰਿਫਾਰਮ ਕੀਤੇ ਸੀਗੇ, ਕਿਸੇ ਦੇ ਵਿੱਚ ਕੁਝ ਕੀਤਾ ਸੀਗਾ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਪਹਿਲੇ ਦੇ ਵਿੱਚ ਐਗਰੀਕਲਚਰ ਦੇ ਨਾਲ ਰਿਲੇਟਡ ਸੀਗਾ, ਦੂਸਰਾ ਇੰਡਸਟਰੀ ਦੇ ਨਾਲ ਰਿਲੇਟਡ ਸੀਗਾ। ਐਵੇਂ ਦੇ ਇਕਨੋਮਿਕਸ ਦੇ ਜਿਹੜੇ ਕੁਐਸਚਨ ਨੇ ਇਹ ਪੁੱਛੇ ਜਾ ਸਕਦੇ ਨੇ। ਉਸ ਤੋਂ ਬਾਅਦ ਕੀ ਹੈ, plan holiday is a gap of 3 years that was introduced in the Indian economy after the failure of the third economic plan। ਤੀਸਰੇ ਇਕਨੋਮਿਕ ਪਲਾਨ ਤੋਂ ਬਾਅਦ ਫੇਲੀਅਰ ਆਫ ਥਰਡ ਇਕਨੋਮਿਕ ਪਲਾਨ ਤੋਂ ਬਾਅਦ ਜਿਹੜਾ ਹੈਗਾ ਪਲਾਨ ਹੌਲੀਡੇ ਜਿਹੜਾ ਹੈਗਾ ਉਹ ਆਇਆ ਸੀਗਾ 1966 1967 1967 to 1968 ਔਰ 1968 to 1969। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ। ਉਸ ਤੋਂ ਬਾਅਦ ਆਪਾਂ ਫੈਸਟੀਵਲ ਦੇ ਇੱਕ ਕੁਐਸਚਨ ਲੈ ਕੇ ਆਏ ਹਾਂ। ਫੈਸਟੀਵਲ ਵੀ ਇੰਪੋਰਟੈਂਟ ਹੈ, ਕੁਝ ਵੀ ਜਿਹੜੇ ਪੇਪਰ ਦੇ ਵਿੱਚ ਜਿਹੜਾ ਹੈਗਾ ਪੁੱਛਿਆ ਜਾ ਸਕਦਾ, ਪਰ ਨੋਰਮਲ ਫੈਸਟੀਵਲ ਤਾਂ ਤੁਹਾਨੂੰ ਪਤਾ ਹੀ ਹੋਣੇ। ਤੇ ਇੱਕ ਜਿਹੜਾ ਹਰੇਲਾ ਫੈਸਟੀਵਲ ਆਈ ਥਿੰਕ ਇਹਦੇ ਬਾਰੇ ਤੁਸੀਂ ਨਹੀਂ ਪੜ੍ਹਿਆ ਹੋਣਾ। ਹਰੇਲਾ ਫੈਸਟੀਵਲ ਜਿਹੜਾ ਹੈਗਾ ਇਹ ਸੈਲੀਬ੍ਰੇਟ ਕੀਤਾ ਗਿਆ ਕਿਹੜੀ ਸਟੇਟ ਦੁਆਰਾ ਇਹ ਸੈਲੀਬ੍ਰੇਟ ਕੀਤਾ ਗਿਆ? ਇਹ ਜੁਲਾਈ ਜਿਹੜਾ ਹੈਗਾ ਹਰ ਸਾਲ ਜੁਲਾਈ 16 ਨੂੰ ਜਿਹੜਾ ਹੈਗਾ ਫੈਸਟੀਵਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਮਾਊ ਰੀਜਨ ਦੇ ਜਿਹੜੇ ਲੋਕ ਨੇ ਉਹ ਕਰਦੇ ਨੇ, ਤੇ ਕਿੱਧਰ ਦੇ ਨੇ ਉਹ ਜਿਹੜੇ ਲੋਕ ਨੇ ਉਹ ਕਿੱਧਰ ਦੇ ਨੇ? ਉੱਤਰਾਖੰਡ ਦੇ ਨੇ। ਉੱਤਰਾਖੰਡ ਦੇ ਕਮਾਊ ਜਿਹੜੇ ਰੀਜਨ ਦੇ ਲੋਕ ਨੇ ਇਹਨੂੰ ਸੈਲੀਬ੍ਰੇਟ ਕਰਦੇ ਨੇ। ਠੀਕ ਹੈ, ਇਹ ਕੀ ਹੈ? ਫੈਸਟੀਵਲ ਆਫ ਪੀਸ, ਪ੍ਰੋਸਪੈਰਿਟੀ, ਗ੍ਰੀਨਰੀ ਤੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਨਾਲ ਰਿਲੇਟਡ ਹੈ ਕਿ ਆਪਣਾ ਜਿਹੜਾ ਆਲੇ ਦੁਆਲੇ ਦਾ ਜਿਹੜਾ ਹੈਗਾ ਉਹਨੂੰ ਆਪਾਂ ਕਿਵੇਂ ਸੇਵ ਕਰਨਾ ਹੈ, ਕਿਵੇਂ ਬਚਾ ਕੇ ਰੱਖਣਾ ਜ਼ਿਆਦਾ ਤੋਂ ਜ਼ਿਆਦਾ। ਹਰੇ ਤੋਂ ਹੀ ਦੇਖੋ, ਹਰੇਲੇ ਯਾਨੀ ਕਿ ਪਹਿਲੇ ਅੱਖਰ ਤੋਂ ਹੀ ਤੁਹਾਨੂੰ ਜਿਹੜਾ ਹੈਗਾ ਯਾਦ ਹੋਣਾ ਚਾਹੀਦਾ ਕਿ ਹਰਾ ਦੀ ਕੁਝ ਗੱਲ ਹੋ ਰਹੀ ਹੈ, ਹਰਿਆਲੀ ਦੀ ਗੱਲ ਹੋ ਰਹੀ ਹੈ। ਹਰਿਆਲੀ ਦੀ ਗੱਲ ਹੋ ਰਹੀ ਹੈ ਮਤਲਬ ਕਿ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਨਾਲ ਰਿਲੇਟਡ, ਗ੍ਰੀਨਰੀ ਦੇ ਨਾਲ ਰਿਲੇਟਡ। ਠੀਕ ਹੈ, ਤੇ ਇਸ ਦਿਨ ਕੀ ਕਰਦੇ ਨੇ? ਸੈਲੀਬ੍ਰੇਸ਼ਨ ਆਫ ਵੈਡਿੰਗ ਆਫ ਲੋਰਡ ਸ਼ਿਵਾ ਐਂਡ ਗੋਡਿਸ ਪਾਰਵਤੀ। ਲੋਰਡ ਸ਼ਿਵਾ, ਸ਼ਿਵਜੀ ਭਗਵਾਨ ਤੇ ਪਾਰਵਤੀ ਜਿਹੜੀ ਵਿਆਹ ਸੀਗਾ ਉਹ ਇਸ ਦਿਨ ਸੈਲੀਬ੍ਰੇਟ ਜਿਹੜਾ ਹੈਗਾ ਕੀਤਾ ਜਾਂਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, what is the title of Olympic theme song of Indian contingent for the Tokyo Olympics? ਦੇਖੋ ਟੋਕੀਓ ਓਲੰਪਿਕਸ ਦੇ ਵਿੱਚ ਜਿਹੜੀ ਹੈਗੀ ਹੈ ਕੀ ਥੀਮ ਸੀਗੀ ਓਲੰਪਿਕਸ ਦੀ? ਕੁਛ ਨਾ ਕੁਛ ਥੀਮ ਹੁੰਦਾ, ਕੁਛ ਨਾ ਕੁਛ ਮੈਸਕੋਟ ਹੁੰਦਾ। ਮੈਸਕੋਟ ਵੀ ਤੁਸੀਂ ਯਾਦ ਰੱਖ ਲੈਣਾ, ਪਰ ਆਪਾਂ ਅੱਜ ਥੀਮ ਦੀ ਗੱਲ ਕਰ ਰਹੇ ਹਾਂ ਕਿ ਕੀ ਥੀਮ ਸੀਗੀ ਜਿਹੜੇ ਓਲੰਪਿਕਸ ਗੇਮ ਹੋਈਆਂ ਨੇ। ऑप्शन देखो, गेट रेडी टू फाइट, बादल पे पाँव है, कर हर मैदान फतेह, लक्ष्य तेरे सामने है। तो ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ? ਲਕਸ਼ਯ ਤੇਰੇ ਸਾਹਮਣੇ ਹੈ। ਇਹ ਇਹਦਾ ਫੋਰਥ ਆਪਸ਼ਨ ਡੀ ਇਜ਼ ਦਾ ਕਰੈਕਟ ਆਨਸਰ, ਲਕਸ਼ਯ ਤੇਰੇ ਸਾਹਮਣੇ ਹੈ। ਇਹ ਕੀ ਸੀਗੀ? ਓਲੰਪਿਕ ਥੀਮ, ਜਿਹੜਾ ਓਲੰਪਿਕ ਹੋਏ ਨੇ ਟੋਕੀਓ ਓਲੰਪਿਕ ਦੇ ਵਿੱਚ ਉਹਨਾਂ ਦੀ ਥੀਮ ਸੀਗੀ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਉਹ ਇਨਵੈਂਟਡ ਸੈਕਸੋਫੋਨ। ਇਨਵੈਂਸ਼ਨ ਦੇ ਉੱਤੇ ਇੱਕ ਕੁਐਸਚਨ ਲੈ ਕੇ ਆਏ ਹਾਂ, ਇਨਵੈਂਟਡ ਕਿਹਨੇ ਕੀਤਾ ਸੀਗਾ ਸੈਕਸੋਫੋਨ? ਤਾਂ ਦੇਖੋ ਬਾਕੀ ਇਨਵੈਂਸ਼ਨ ਤਾਂ ਤੁਸੀਂ ਪਤਾ ਹੀ ਹੋਣੀ, ਨੋਰਮਲ ਫੋਨ ਵਾਲੀਆਂ, ਟੈਲੀਫੋਨ ਵਾਲੀਆਂ, ਉਸ ਤੋਂ ਬਾਅਦ ਕੰਪਿਊਟਰ ਵਾਲੀਆਂ ਹੋ ਗਈਆਂ, ਮਾਊਸ ਵਾਲੀਆਂ ਹੋ ਗਈਆਂ, ਜਾਂ ਫਿਰ ਪੈਨਸਿਲ ਹੋ ਗਿਆ, ਫਾਊਂਟੇਨ ਪੈਨ ਵਾਲੀਆਂ ਹੋ ਗਈਆਂ। ਇਹ ਤਾਂ ਨੋਰਮਲੀ ਸਾਰੇ ਬੱਚਿਆਂ ਨੂੰ ਯਾਦ ਹੀ ਰਹਿੰਦੀਆਂ ਨੇ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਸੈਕਸੋਫੋਨ ਦੇਖੋ ਕੀ ਹੁੰਦਾ, ਇੱਕ ਇੰਸਟਰੂਮੈਂਟ ਹੁੰਦਾ ਹੈ ਵਜਾਉਣ ਵਾਲਾ, ਅੱਗੇ ਵੱਡਾ ਜਾਂ ਇਹਦੇ ਵੱਡੀ ਜਿਹੀ ਨਾਲੀ ਹੁੰਦੀ ਹੈ ਇਹਦੀ, ਉਹਦੇ ਵਿੱਚ ਫੂਕ ਮਾਰਦੇ ਨੇ ਤੇ ਅੱਗੋਂ ਮਤਲਬ ਅਲੱਗ-ਅਲੱਗ ਜਿਹੜੀਆਂ ਸਾਊਂਡਸ ਨੇ ਉਹ ਬਾਹਰ ਆਉਂਦੀਆਂ ਨੇ। ਠੀਕ ਹੈ, ਇੱਕ ਸਿੰਗਲ ਰੀਡ ਵੁੱਡਵਿੰਡ ਇੰਸਟਰੂਮੈਂਟ ਇਹ ਹੁੰਦਾ, ਕੋਨਿਕਲ ਇਹਦੀ ਬੋਡੀ ਜਿਹੜੀ ਹੈਗੀ ਆ ਉਹ ਹੁੰਦੀ ਹੈ, ਬ੍ਰਾਸ ਦਾ ਬਣਿਆ ਹੁੰਦਾ ਇਹ। ਤੇ ਸੈਕਸੋਫੋਨ ਜਿਹੜੀ ਹੈਗੀ ਹੈ ਕਿਹਨੇ ਇਨਵੈਂਟ ਕੀਤਾ ਸੀਗਾ? ਆਪਸ਼ਨ ਚਾਰਲਸ ਰਿਚਰ, ਕਾਰਲ ਬੈਂਚ, ਅਡੋਲਫ ਸੈਕਸ, ਹੈਨਰੀ ਗਿਫਰਡ। ਤਾਂ ਨਾਮ ਤੋਂ ਹੀ ਦੇਖੋ ਪਤਾ ਲੱਗ ਰਿਹਾ ਅਡੋਲਫ ਦੇ ਵਿੱਚ ਸੈਕਸ ਜਿਹੜਾ ਹੈਗਾ ਪਿੱਛੇ ਆ ਰਿਹਾ, ਤਾਂ ਇਹਨੇ ਜਿਹੜਾ ਹੈਗਾ ਉਹ ਕੀ ਕੀਤਾ ਸੀਗਾ? ਇਨਵੈਂਟ ਕੀਤਾ ਸੀਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਟੈਂਪਲਸ ਦੇ ਕੁਐਸਚਨ ਵੀ ਜਿਹੜੇ ਹੈਗੇ ਨੇ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ। ਤਾਂ ਟੈਂਪਲ ਦੀ ਗੱਲ ਕਰਦੇ ਹਾਂ ਆਪਾਂ ਕਿ ਟੈਂਪਲ ਆਫ ਹੈਪੈਸਟਸ ਇਜ਼ ਲੋਕੇਟਡ ਇਨ ਵਿਚ ਸਿਟੀ। ਬਾਕੀ ਨੋਰਮਲ ਜਿਹੜੇ ਟੈਂਪਲ ਨੇ ਤੁਹਾਨੂੰ ਯਾਦ ਹੀ ਹੋਣਾ ਕਿੱਥੇ ਕਿੱਥੇ ਹੁੰਦੇ ਨੇ। ਕੁਝ ਐਕਸਟਰਾਆਰਡੀਨਰੀ ਜਿਹੜੇ ਟੈਂਪਲ ਨੇ ਜਿਹੜੇ ਬੱਚੇ ਨਹੀਂ ਯਾਦ ਕਰਦੇ ਉਹੀ ਆਪਾਂ ਤੁਹਾਨੂੰ ਯਾਦ ਕਰਵਾਵਾਂਗੇ। ਤਾਂ ਟੈਂਪਲ ਆਫ ਹੈਪੈਸਟਸ ਜਿਹੜਾ ਹੈਗਾ ਇਹ ਕਿਹੜੀ ਸਿਟੀ ਦੇ ਵਿੱਚ ਲੋਕੇਟਡ ਹੈ? ਠੀਕ ਹੈ ਜੀ, ਆਪਸ਼ਨ ਹੈ ਮਿਆਂਮਾਰ, ਗ੍ਰੀਸ, ਚਾਈਨਾ ਜਾਂ ਫਿਰ ਇੰਡੋਨੇਸ਼ੀਆ। ਤਾਂ ਜਿਹੜਾ ਹੈਗਾ ਟੈਂਪਲ ਆਫ ਕੀ ਨਾਮ ਹੈ ਹੈਪੈਸਟਸ, ਇਹ ਕਿੱਥੇ ਹੈ? ਇਹ ਹੈਗੇ ਜੀ ਆਪਣਾ ਗ੍ਰੀਸ ਦੇ ਵਿੱਚ ਹੈ। ਤੁਸੀਂ ਯਾਦ ਰੱਖਣਾ ਕਿੱਥੇ ਹੈ ਇਹ? ਗ੍ਰੀਸ ਦੇ ਵਿੱਚ। ਨੈਕਸਟ ਕੁਐਸਚਨ ਆਪਣਾ ਰਣਜੀਤ ਸਾਗਰ ਡੈਮ। ਰਣਜੀਤ ਸਾਗਰ ਡੈਮ ਨੂੰ ਪ੍ਰੀਵੀਅਸਲੀ ਕੀ ਕਹਿੰਦੇ ਸੀਗੇ? ਰਣਜੀਤ ਸਾਗਰ ਡੈਮ, ਇਹ ਪੰਜਾਬੀ ਦਾ ਕੁਐਸਚਨ ਹੈ, ਮੋਸਟਲੀ ਬੱਚਿਆਂ ਨੂੰ ਆਉਂਦਾ ਹੀ ਹੋਣਾ। ਥੀਨ ਡੈਮ, ਓਕਾਈ ਡੈਮ, ਪੌਂਗ ਡੈਮ ਜਾਂ ਫਿਰ ਕੋਇਨਾ ਡੈਮ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਆਪਣੇ ਕੋਲ ਕੀ ਹੈ? ਥੀਨ ਡੈਮ। ਜਿਹੜਾ ਪਹਿਲਾ ਇਹਦਾ ਨਾਮ ਸੀਗਾ
ਰਣਜੀਤ ਸਾਗਰ ਡੈਮ ਪਿਆ, ਉਸ ਤੋਂ ਪਹਿਲਾਂ ਜਿਹੜਾ ਇਹਦਾ ਨਾਮ ਸੀਗਾ ਉਹ ਕੀ ਸੀਗਾ, ਥੀਨ ਡੈਮ ਜਿਹੜਾ ਹੈਗਾ ਰੱਖਿਆ ਗਿਆ ਸੀਗਾ। Ranjit Sagar Dam, also known as Theen Dam, is a part of hydroelectric project constructed by the Punjab region. ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਨੇ ਇਹਨੂੰ ਬਣਾਇਆ ਰਾਵੀ ਰਿਵਰ ਦੇ ਬਾਰਡਰ ਦੇ ਉੱਤੇ, ਜੰਮੂ ਐਂਡ ਕਸ਼ਮੀਰ ਐਂਡ ਸਟੇਟ ਆਫ ਪੰਜਾਬ। ਮਾਧੋਪੁਰ ਬੈਰੇਜ ਐਟ ਮਾਧੋਪੁਰ ਦੇ ਵਿੱਚ ਜਿਹੜਾ ਹੈਗਾ ਇਹ ਰਣਜੀਤ ਸਾਗਰ ਡੈਮ ਬਣਿਆ ਹੋਇਆ, ਠੀਕ ਹੈ। ਇਹਦਾ ਪੁਰਾਣਾ ਨਾਮ ਥੀਨ ਡੈਮ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਨੈਕਸਟ ਕੁਐਸਚਨ ਹੈ ਹੂ ਵਾਸ ਦੀ ਫਾਊਂਡਰ ਆਫ ਵਿਸ਼ਿਸ਼ਟਾਦਵਿਤਾ ਸਿਧਾਂਤਾ। ਵਿਸ਼ਿਸ਼ਟਾਦਵਿਤਾ ਸਿਧਾਂਤਾ, ਇਹ ਆਪਾਂ ਹਿਸਟਰੀ ਦਾ ਕੁਐਸਚਨ ਜਿਹੜਾ ਹੈਗਾ ਉਹ ਲੈ ਕੇ ਆਏ ਆ। ਇਹਦੇ ਵਿੱਚੋਂ ਕਿਹੜਾ ਸੀਗਾ ਜਿਹਨੇ ਫਾਊਂਡ ਕੀਤੀ ਸੀਗੀ ਵਿਸ਼ਿਸ਼ਟਾਦਵਿਤਾ ਸਿਧਾਂਤਾ? ਤਾਂ ਚਾਰ ਆਪਸ਼ਨ ਨੇ, ਵੱਲਭਾਚਾਰਿਆ, ਸ਼੍ਰੀਕਾਂਤਾਚਾਰਿਆ, ਮਾਧਵਾਚਾਰਿਆ ਔਰ ਰਾਮਾਨੁਜਾਚਾਰਿਆ। ਰਾਮਾਨੁਜਾਚਾਰਿਆ ਜਿਹੜਾ ਇਹਦਾ ਕਰੈਕਟ ਆਨਸਰ ਹੈ ਕਿ ਜਿਹਨੇ ਫਾਊਂਡ ਕੀਤਾ ਸੀਗਾ ਕਿ ਵਿਸ਼ਿਸ਼ਟਾਦਵਿਤਾ ਔਰ ਅੱਗੇ ਸਿਧਾਂਤਾ, ਠੀਕ ਹੈ। ਤਾਂ ਇਹ ਤੁਸੀਂ ਦੇਖੋ ਯਾਦ ਰੱਖਣਾ, ਇਹ ਜਿਹੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਜਿਹੜੇ ਕਿ ਮਤਲਬ ਮੋਸਟਲੀ ਬੱਚਿਆਂ ਨੇ ਤਾਂ ਸੁਣੇ ਵੀ ਨਹੀਂ ਹੋਣੇ ਕਿ ਹਾਂ ਇਹ ਜਿਹੇ ਕੁਐਸਚਨ ਵੀ ਜਿਹੜੇ ਹੈਗੇ ਨੇ ਪੁੱਛੇ ਜਾ ਸਕਦੇ ਨੇ। ਇਹ ਕੌਣ ਸੀਗੇ? ਰਾਮਾਨੁਜਾ ਇੱਕ ਇੰਡੀਅਨ ਫਿਲੋਸਫਰ ਸੀਗੇ, ਇੰਡੀਅਨ ਹਿੰਦੂ ਫਿਲੋਸਫਰ ਸੀਗੇ, ਗੁਰੂ ਐਂਡ ਸੋਸ਼ਲ ਰਿਫਾਰਮਰ ਸੀਗੇ ਇਹ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਾਂ ਜਿਹੜਾ ਹੈਗਾ ਉਹ ਕਰਦੇ ਹਾਂ। ਉਸ ਤੋਂ ਬਾਅਦ 11ਵਾਂ ਕੁਐਸਚਨ ਹੈ ਵਿਚ ਆਫ ਦਾ ਫਲੋਇੰਗ ਐਨੀਮਲ is used in war first time during ਮਗਧ ਵਾਰ ਪੀਰੀਅਡ। ਯਾਨੀ ਕਿ ਮਗਧ ਦੇ ਟਾਈਮ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਸੀਗੀਆਂ ਉਸ ਟਾਈਮ ਤੇ ਜਿਹੜਾ ਪਹਿਲਾ ਐਨੀਮਲ ਜਿਹੜਾ ਜੰਗ ਦੇ ਵਿੱਚ ਲੈ ਕੇ ਗਏ ਸੀਗੇ ਉਹ ਕੀ ਸੀਗਾ? ਹਾਰਸ, ਘੋੜਾ, ਕੈਮਲ, ਊਂਟ, ਐਲੀਫੈਂਟ, ਹਾਥੀ, ਓਕਸ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ? ਐਲੀਫੈਂਟ। ਐਲੀਫੈਂਟ ਸੀਗੇ ਮਗਧ ਦੇ ਟਾਈਮ ਦੇ ਵਿੱਚ ਜਦੋਂ ਲੜਾਈਆਂ ਹੁੰਦੀਆਂ ਸੀਗੀਆਂ ਮਗਧ ਪੀਰੀਅਡ ਦੇ ਵਿੱਚ, ਤਾਂ ਪਹਿਲੀ ਵਾਰ ਜਿਹੜਾ ਵਾਰ ਦੇ ਵਿੱਚ ਲੈ ਕੇ ਗਏ ਸੀ ਉਹ ਸੀਗਾ ਹਾਥੀ ਲੈ ਕੇ ਗਏ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕਿੱਥੇ ਗਿਆ ਆਪਣਾ, ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਅਬੂਜਾ ਇਜ਼ ਦਾ ਕੈਪੀਟਲ ਆਫ। ਕੈਪੀਟਲ ਦੇਖੋ ਤੁਹਾਨੂੰ ਯਾਦ ਕਰੀਆਂ ਹੋਣੀਆਂ ਅਲੱਗ-ਅਲੱਗ ਕੰਟਰੀਜ਼ ਦੀਆਂ, ਠੀਕ ਹੈ। ਇਹ ਕੁਝ ਕੰਟਰੀਜ਼ ਨੇ ਜਿਨ੍ਹਾਂ ਦੀਆਂ ਤੁਹਾਨੂੰ ਇਹਨਾਂ ਵਿੱਚੋਂ ਆਈ ਥਿੰਕ ਮੋਸਟਲੀ ਇੱਕ ਵੀ ਨਹੀਂ ਪਤਾ ਹੋਣਾ। ਅਬੂਜਾ ਇਜ਼ ਦਾ ਕੈਪੀਟਲ ਆਫ ਵਿਚ ਆਫ ਦੀ ਫੋਲੋਇੰਗ ਕੰਟਰੀ, ਕਿ ਕਿਹੜੀ ਕੰਟਰੀ ਦੀ ਇਹਦੇ ਵਿੱਚੋਂ ਕੈਪੀਟਲ ਸੀਗੀ? ਅਬੂਜਾ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆਪਣੇ ਕੋਲ ਉਹ ਹੈਗੇ ਜੀ ਆਪਣਾ ਨਾਈਜੀਰੀਆ। ਨਾਈਜੀਰੀਆ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ? ਅਬੂਜਾ। ਤੇ ਕੈਮਰੂਨ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ? ਯਾਓਉਂਡੇ, YAOUNDE, ਯਾਓਉਂਡੇ। ਤੰਜ਼ਾਨੀਆ ਦੀ ਜਿਹੜੀ ਕੈਪੀਟਲ ਹੈ ਉਹ ਹੈ ਦੋਦੋਮਾ। ਸੋਮਾਲੀਆ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ? ਉਹ ਹੈਗੀ ਹੈ ਜੀ ਮੋਗਦਿਸ਼ੂ ਜਿਹੜੀ ਕੈਪੀਟਲ ਹੈ ਸੋਮਾਲੀਆ ਦੀ ਮੋਗਦਿਸ਼ੂ ਹੈ। ਨਾਈਜੀਰੀਆ ਦੀ ਆਪਣੀ ਹੈਗੀ ਹੈ ਅਬੂਜਾ, ਤੰਜ਼ਾਨੀਆ ਦੀ ਹੈ ਡੋਡੋਮਾ, ਕੈਮਰੂਨ ਦੀ ਹੈ ਯਾਓਉਂਡੇ, ਠੀਕ ਹੈ। ਬਾਕੀ ਦੇਖੋ ਇਹੋ ਜਿਹੀਆਂ ਕੰਟਰੀਜ਼ ਨੇ ਜਿਨ੍ਹਾਂ ਦੀਆਂ ਕੈਪੀਟਲ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਯਾਦ ਰਹਿੰਦੀਆਂ ਜਾਂ ਤੁਸੀਂ ਪੜ੍ਹੀਆਂ ਹੋਣੀਆਂ ਇੱਕ ਵਾਰ, ਨਹੀਂ ਤੁਸੀਂ ਭੁੱਲ ਗਏ ਹੋਣੇ, ਠੀਕ ਹੈ। ਇਹ ਵੀ ਇੱਕ ਵਾਰ ਦੇਖ ਲੈਣਾ। ਉਸ ਤੋਂ ਬਾਅਦ BCG ਵੈਕਸੀਨ ਬਾਰੇ ਆਪਾਂ ਗੱਲ ਕਰਦੇ ਹਾਂ ਕਿ BCG ਜਿਹੜੀ ਵੈਕਸੀਨ ਹੈ ਉਹ ਕਦੋਂ ਲਾਈ ਜਾਂਦੀ ਹੈ। ਤਾਂ ਇਹਦਾ ਦੇਖੋ BCG ਦੀ ਫੁੱਲ ਫਾਰਮ ਵੀ ਹੁੰਦੀ ਹੈ, ਇਹ ਵੀ ਤੁਸੀਂ ਯਾਦ ਰੱਖਣੀ ਹੈ, ਕੀ ਪਤਾ ਪੇਪਰ ਦੇ ਵਿੱਚ ਪੁੱਛ ਲੇ, ਠੀਕ ਹੈ। ਤੇ ਇਹ ਜਿਹੜੀ ਹੈਗੀ ਹੈ ਕਦੋਂ ਲਾਈ ਜਾਂਦੀ ਹੈ? ਇਹ TB ਦੇ ਪ੍ਰੀਵੈਂਸ਼ਨ ਆਫ TB ਦੀ ਹੈਗੀ ਹੈ। ਉਹ TB ਕੀ ਹੁੰਦੀ ਹੈ? ਟਿਊਬਰਕਲੋਸਿਸ, ਠੀਕ ਹੈ। ਤਾਂ ਆਪਾਂ ਨਹੀਂ ਕਹਿੰਦੇ TB ਹੋ ਗਿਆ, ਟਿਊਬਰਕਲੋਸਿਸ ਦੇ ਦੌਰਾਨ ਜਿਹੜੀ ਹੈਗੀ ਹੈ ਇਹ ਵੈਕਸੀਨ, ਉਹਦੀ ਰੋਕਥਾਮ ਲਈ BCG ਜਿਹੜੀ ਵੈਕਸੀਨ ਹੈ ਉਹ ਲਾਈ ਜਾਂਦੀ ਹੈ। ਇਹਦਾ ਫੁੱਲ ਫਾਰਮ ਕੀ ਹੈ? ਬੈਸੀਲਸ ਕੈਲਮੇਤੇ। ਇਹਦਾ ਨਾਮ ਹੈ ਬੈਸੀਲਸ ਕੈਲਮੇਤੇ ਜੂਰਿਨ, GUERIN, ਬੈਸੀਲਸ ਕੈਲਮੇਤੇ ਜੂਰਿਨ। ਇਹ ਇਹਦੀ ਜਿਹੜੀ ਹੈਗੀ ਹੈ ਮਤਲਬ ਫੁੱਲ ਫਾਰਮ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਹਾਂ। ਹੂ ਵਾਸ ਦਾ ਫਾਊਂਡਰ ਆਫ ਆਂਧਰਾ ਮਹਿਲਾ ਸਭਾ। ਆਂਧਰਾ ਮਹਿਲਾ ਸਭਾ ਦਾ ਜਿਹੜਾ ਹੈਗਾ ਫਾਊਂਡਰ ਉਹ ਕੌਣ ਹੈ ਇਹ ਤੁਸੀਂ ਦੱਸਣਾ। ਤਾਂ ਆਪਸ਼ਨ ਨੇ ਪੰਡਿਤਾ ਰਾਮਾਬਾਈ, ਦੁਰਗਾਬਾਈ ਦੇਸ਼ਮੁਖ, ਗਾਇਤਰੀ ਦੇਵੀ, ਸਰੋਜਨੀ ਨਾਇਡੂ। ਗਾਇਤਰੀ ਦੇਵੀ ਤੇ ਸਰੋਜਨੀ ਨਾਇਡੂ ਇਹ ਤਾਂ ਦੇਖੋ ਹੋ ਨਹੀਂ ਸਕਦੇ, ਪਹਿਲੀ ਆਪਸ਼ਨ ਐਲੀਮੀਨੇਟ ਕਰ ਦੋ, ਰਹਿ ਗਿਆ ਪੰਡਿਤਾ ਰਾਮਾਬਾਈ, ਕਿਉਂਕਿ ਆਪਾਂ ਨੇ ਨਾਮ ਸੁਣੇ ਹੋਏ ਨੇ ਜਿਹੜੇ ਨਾ। ਦੇਖੋ ਆਪਸ਼ਨ ਐਲੀਮੀਨੇਟ ਕਰਨਾ ਵੀ ਸਿੱਖੋ ਕਿ ਜਿਹੜੇ ਆਪਾਂ ਨੇ ਨਾਮ ਸੁਣੇ ਹੋਏ ਨੇ ਤੇ ਉਹਦੇ ਨਾਲ ਕੋਈ ਰਿਲੇਸ਼ਨ ਨਾ ਹੋ ਤਾਂ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਬਾਹਰ ਕੱਢ ਸਕਦੇ ਹਾਂ। ਹੁਣ ਰਹਿ ਗਿਆ ਦੁਰਗਾਬਾਈ ਤੇ ਪੰਡਿਤਾ ਰਾਮਾਬਾਈ, ਇਹਨਾਂ ਵਿੱਚੋਂ 50-50 ਜੇਕਰ ਤੁਸੀਂ ਕਰ ਸਕਦੇ ਹੋ ਪੇਪਰ ਦੇ ਵਿੱਚ, ਜੇਕਰ ਤੁਹਾਨੂੰ ਨਹੀਂ ਪਤਾ ਕੁਝ ਵੀ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ? ਦੁਰਗਾਬਾਈ ਦੇਸ਼ਮੁਖ। ਉਸ ਤੋਂ ਬਾਅਦ ਹੈ ਵਿਚ ਆਫ ਦੀ ਫਲੋਇੰਗ ਸਟੇਟ ਇਜ਼ ਸਪਾਈਸ ਗਾਰਡਨ ਆਫ ਇੰਡੀਆ। ਸਪਾਈਸ ਗਾਰਡਨ ਯਾਨੀ ਕਿ ਸਭ ਤੋਂ ਜ਼ਿਆਦਾ ਜਿਹੜੇ ਸਪਾਈਸ ਨੇ ਕਿੱਥੇ ਹੁੰਦੇ ਨੇ? ਆਂਧਰਾ ਪ੍ਰਦੇਸ਼, ਕਸ਼ਮੀਰ, ਕੇਰਲਾ, ਪੰਜਾਬ। ਤਾਂ ਇਹਦਾ ਦੇਖੋ ਪੰਜਾਬ ਤਾਂ ਵੈਸੇ ਪੰਜਾਬ ਦੇ ਵਿੱਚ ਤਾਂ ਨਹੀਂ, ਪੰਜਾਬ ਦੇ ਵਿੱਚ ਹੁੰਦੇ ਨੇ ਕਿੰਨੂ, ਕਸ਼ਮੀਰ ਦੇ ਵਿੱਚ ਹੁੰਦੇ ਨੇ ਆਪਣੇ ਆਹ ਸਾਰੇ ਫਰੂਟ ਜਿਵੇਂ ਐਪਲ ਹੋ ਗਿਆ ਜਾਂ ਫਿਰ ਕਾਜੂ ਬਦਾਮ ਹੋ ਗਏ, ਇਹ ਜਿਹੀਆਂ ਚੀਜ਼ਾਂ, ਠੀਕ ਹੈ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਕੀ ਹੈ? ਕੇਰਲਾ। ਕੇਰਲਾ ਦੇ ਵਿੱਚ ਜਿਹੜੇ ਹੈਗੇ ਨੇ ਸਪਾਈਸ ਗਾਰਡਨ ਉਹਨੂੰ ਕਿਹਾ ਜਾਂਦਾ ਹੈ। ਤਾਂ ਕਰਕੇ ਜਿਹੜੇ ਬਾਹਰੋਂ ਡੱਚ ਪੀਪਲ ਆਏ ਸੀਗੇ ਉਹ ਵੀ ਕੇਰਲਾ ਦੇ ਵਿੱਚ ਉਹਨਾਂ ਨੇ ਫੈਕਟਰੀ ਲਾਈ ਸੀਗੀ, ਠੀਕ ਹੈ।
ਕੀ ਹੈ ਪਹਿਲਾ ਸਭ ਤੋਂ ਉਹ ਬਾਹਰੋਂ ਕੀ ਆਪਣਾ ਲੁੱਟਣ ਲਈ ਨਹੀਂ ਆਏ ਸੀਗੇ ਜਿਹੜੇ ਪੋਰਚੁਗੀਜ਼ ਡੱਚ ਫ੍ਰੈਂਚ ਆਏ ਸੀਗੇ, ਇਹ ਕੀ ਹੈ ਵਪਾਰ ਕਰਨ ਆਏ ਸੀਗੇ ਤੇ ਕੀ ਹੈ ਮਸਾਲੇ ਲੈਣ ਆਏ ਸੀਗੇ। ਠੀਕ ਹੈ, ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਹੈ 16ਵਾਂ ਕੁਐਸਚਨ ਹੈ ਦ ਗ੍ਰੈਂਡ ਕੈਨੀਅਨ ਲੋਕੇਟਡ ਇਨ ਵਿਚ ਕੰਟਰੀ। ਗ੍ਰੈਂਡ ਕੈਨੀਅਨ ਇਹ ਕਿਹੜੀ ਕੰਟਰੀ ਦੇ ਵਿੱਚ ਲੋਕੇਟਡ ਹੈ? ਇਹ ਕੁਐਸਚਨ ਤੁਹਾਡੇ ਤੋਂ ਜਿਹੜਾ ਹੈਗਾ ਪੁੱਛਿਆ ਗਿਆ। ਦ ਗ੍ਰੈਂਡ ਕੈਨੀਅਨ ਲੋਕੇਟਡ ਇਨ ਵਿਚ ਕੰਟਰੀ, ਤਾਂ ਇਹ ਕਿੱਥੇ ਹੈ ਆਪਣੀ? ਇਹ ਹੈਗੀ ਹੈ ਜੀ ਇੱਥੇ ਦਾ US ਦੇ ਵਿੱਚ ਜਿਹੜੀ ਹੈਗੀ ਕੀ ਹੈ ਗ੍ਰੈਂਡ ਕੈਨੀਅਨ ਹੈ। ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਹਾਂ। ਹੂ ਇਜ਼ ਨੋਨ ਐਸ ਨੈਪੋਲੀਅਨ ਆਫ ਸਾਊਥ ਇੰਡੀਆ। ਸਾਊਥ ਇੰਡੀਆ ਦਾ ਜਿਹੜਾ ਨੈਪੋਲੀਅਨ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ? ਨੈਪੋਲੀਅਨ ਉਹ ਕਿਹਾ ਜਾਂਦੇ ਨੇ ਰਾਜੇਂਦਰਾ ਚੋਲਾ। ਰਾਜੇਂਦਰਾ ਚੋਲਾ ਨੂੰ ਜਿਹੜਾ ਹੈਗਾ ਉਹ ਕੀ ਕਿਹਾ ਜਾਂਦਾ ਹੈ? ਸਾਊਥ ਇੰਡੀਆ ਦਾ ਨੈਪੋਲੀਅਨ। 18ਵਾਂ ਕੁਐਸਚਨ ਹੈ ਹੂ ਅਮੰਗ ਦੀ ਫੋਲੋਇੰਗ ਲੇਡ ਡਾਊਨ ਦਾ ਫਾਊਂਡੇਸ਼ਨ ਸਟੋਨ ਆਫ ਰਾਸ਼ਟਰੀ ਕੁੱਤਾ ਐਮਪਾਇਰ। ਰਾਸ਼ਟਰੀ ਕੁੱਤਾ ਐਮਪਾਇਰ ਦਾ ਜਿਹੜਾ ਫਾਊਂਡੇਸ਼ਨ ਸਟੋਨ ਹੈ ਉਹ ਕਿਹਨੇ ਰੱਖਿਆ ਸੀਗਾ? ਇਹ ਰੱਖਿਆ ਸੀਗਾ ਆਪਣਾ ਦਾਂਤੀ ਦੁਰਗਾ ਨੇ। ਦਾਂਤੀ ਦੁਰਗਾ ਨੇ ਫਾਊਂਡੇਸ਼ਨ ਸਟੋਨ ਰੱਖਿਆ ਸੀਗਾ ਕਿਹਦਾ? ਰਾਸ਼ਟਰੀ ਕੁੱਤਾ ਐਮਪਾਇਰ ਦਾ। ਅਲੱਗ-ਅਲੱਗ ਐਮਪਾਇਰ ਹੋਏ ਸੀਗੇ। ਐਮਪਾਇਰ ਤੁਸੀਂ ਸਾਰੇ ਇੱਕ ਵਾਰ ਲਾਈਨ ਵਾਈਜ਼ ਯਾਦ ਰੱਖ ਲੈਣੇ ਆ ਕਿ ਪਹਿਲਾਂ ਕਿਹੜਾ ਆਇਆ, ਬਾਅਦ ਦੇ ਵਿੱਚੋਂ ਕਿਹੜਾ ਹੈ, ਤੇ ਕਿਹੜੇ ਐਮਪਾਇਰ ਦੇ ਟਾਈਮ ਦੇ ਵਿੱਚੋਂ ਬਾਹਰੋਂ ਕੌਣ ਆਇਆ ਸੀ। ਜਿਵੇਂ ਹੁਐਂਗ ਸੈਂਗ ਦੇ ਟਾਈਮ ਤੇ ਹਰਸ਼ਵਰਧਨ ਦੇ ਟਾਈਮ ਤੇ ਹੁਐਂਗ ਸੈਂਗ ਆਇਆ ਸੀਗਾ, ਫਾਯਨ ਆਇਆ ਸੀਗਾ। ਠੀਕ ਹੈ, ਤੇ ਕਿਹੜੇ ਟਾਈਮ ਦੇ ਵਿੱਚ ਕੌਣ ਆਇਆ ਸੀਗਾ? ਚੰਦਰਗੁਪਤ ਮੌर्य ਟਾਈਮ ਤੇ ਮੈਗਸਥਨੀਜ਼ ਆਇਆ ਸੀਗਾ, ਇੰਡੀਕਾ ਕਿਤਾਬ ਲਿਖੀ ਸੀਗੀ। ਐਵੇਂ ਮੋਟਾ ਯਾਦ ਰੱਖ ਲੈਣਾ ਇੱਕ ਵਾਰੀ। इन विच ईयर उड़े देश का आम नागरिक स्कीम, उड़े देश का आम नागरिक मोदी जी द्वारा स्कीम लॉन्च की गई ਸੀਗੀ। ਇਹਦੇ ਵਿੱਚ ਕੀ ਹੈ ਯਾਨੀ ਕਿ ਐਫੋਰਡੇਬਲ ਰੇਟ ਤੇ ਜਿਹੜੇ ਹੈਗੇ ਨੇ ਫਲਾਈਟ ਦੇ ਵਿੱਚ ਤੁਸੀਂ ਬੈਠ ਸਕਦੇ ਹੋ, ਉਹਦੇ ਰਿਲੇਟਡ ਸਕੀਮ ਸੀਗੀ। ਤਾਂ ਇਹ ਕਦੋਂ ਜਿਹੜੀ ਹੈਗੀ ਹੈ ਲਾਗੂ ਹੋਈ ਸੀਗੀ? ਇਹ ਹੋਈ ਸੀਗੀ 2016 ਦੇ ਵਿੱਚ। ਠੀਕ ਹੈ ਜੀ। ਦ ਟਰਮ ਜੁਡੀਸ਼ੀਅਲ ਐਕਟਿਵਿਜ਼ਮ ਵਾਸ ਫਸਟ ਕੋਇਨਡ ਇਨ ਵਿਚ ਈਅਰ। ਇੱਕ ਟਰਮ ਹੈ ਜੁਡੀਸ਼ੀਅਲ ਐਕਟਿਵਿਜ਼ਮ, ਇਹ ਮਤਲਬ ਕਿਹੜੇ ਈਅਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਆਈ ਸੀਗੀ? ਇਹ ਆਈ ਸੀਗੀ ਜਦੋਂ ਭਾਰਤ ਆਜ਼ਾਦ ਹੋਇਆ ਸੀਗਾ 1947 ਦੇ ਵਿੱਚ। ਠੀਕ ਹੈ ਜੀ। ਦਾ ਸਪੈਸੀਫਿਕ ਗ੍ਰੈਵਿਟੀ ਆਫ ਡਾਇਮੰਡ, ਇਹ ਹੁਣ ਆਪਾਂ ਸਾਇੰਸ ਦਾ ਕੁਐਸਚਨ ਇੱਕ ਲੈ ਕੇ ਆਏ ਹਾਂ ਸਪੈਸੀਫਿਕ ਗ੍ਰੈਵਿਟੀ ਦੇ ਨਾਲ ਰਿਲੇਟਡ ਡਾਇਮੰਡ ਦੀ, ਕਿ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈਗੀ ਹੈ ਡਾਇਮੰਡ ਦੀ ਉਹ ਕਿੰਨੀ ਹੁੰਦੀ ਹੈ? ਤਾਂ ਉਹ ਹੁੰਦੀ ਹੈ 3.52। ਉਸ ਤੋਂ ਬਾਅਦ ਹੈ ਨੇਮ ਦਾ CGI। ਤੇ ਹੁਣ ਦੇਖੋ ਨਵਾਂ ਇੱਕ ਕਰੰਟ ਦਾ ਕੁਐਸਚਨ ਵੀ ਹੈ, ਨੇਮ ਦਾ CGI ਕੌਣ ਬਣਿਆ ਹੁਣ ਆਪਣਾ? ਉਹ ਦੇਖੋ ਹਾਂ ਹੁਣ ਜਿਹੜਾ ਬਣਿਆ ਉਹ ਕੌਣ ਹੈ? ਯੂ ਲਲਿਤ ਹੈ। ਇਸ ਤੋਂ ਪਹਿਲਾਂ ਜਿਹੜਾ ਆਪਣਾ ਕੌਣ ਸੀਗਾ? ਉਹ ਸੀਗਾ NV ਰਮਨ। 49 ਨੰਬਰ ਦਾ ਜਿਹੜਾ ਯੂ ਲਲਿਤ ਬਣਿਆ, 48 ਨੰਬਰ ਦਾ ਕੌਣ ਸੀਗਾ? NV ਰਮਨ। ਠੀਕ ਹੈ ਜੀ। CGI ਕੀ ਹੁੰਦਾ? ਚੀਫ ਜਸਟਿਸ ਆਫ ਇੰਡੀਆ। ਉਸ ਤੋਂ ਬਾਅਦ ਦ੍ਰੋਪਦੀ ਮੁਰਮੂ ਬਾਰੇ ਜਿਹੜਾ ਆਪਣਾ ਕੁਐਸਚਨ ਹੈ। ਦ੍ਰੋਪਦੀ ਮੁਰਮੂ ਜਿਹੜੀ ਹੈਗੀ ਹੈ ਵੈਸਟ ਬੰਗਾਲ ਸੰਥਾਲ ਟ੍ਰਾਈਬ ਤੋਂ ਜਿਹੜੀ ਹੈਗੀ ਹੈ ਬਿਲੋਂਗ ਕਰਦੀ ਹੈ ਇਹ, ਤੇ ਹੁਣ ਜਿਹੜੀ ਹੈਗੀ ਹੈ ਪ੍ਰੈਜ਼ੀਡੈਂਟ ਬਣੀ ਹੈ ਇਹ ਕਿੰਨਵੇਂ ਨੰਬਰ ਦੀ ਹੈ? ਨੰਬਰ ਵੀ ਯਾਦ ਰੱਖਣਾ ਹੁੰਦਾ। ਤਾਂ ਇਹ 15th ਜਿਹੜੀ ਹੈਗੀ ਹੈ ਨੰਬਰ ਦੀ ਹੈ ਦ੍ਰੋਪਦੀ ਮੁਰਮੂ। 15ਵੇਂ ਨੰਬਰ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਉਹ ਬਣੀ ਹੈ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਕੌਣ ਬਣਿਆ? ਉਹ ਜਗਦੀਪ ਧਨਕਰ ਬਣਿਆ। ਦੋਨੋਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਕੌਣ ਬਣੇ ਨੇ। ਤੇ ਦ੍ਰੋਪਦੀ ਜਿਹੜੀ ਮੁਰਮੂ ਹੈ ਇਹ ਸੰਥਾਲ ਟ੍ਰਾਈਬ ਤੋਂ ਬਿਲੋਂਗ ਕਰਦੀ ਹੈ। ਇਹ ਉੜੀਸਾ ਤੋਂ ਜਿਹੜੀ ਹੈਗੀ ਹੈ ਉਹ ਆਈ ਹੈ। ਠੀਕ ਹੈ, ਉੜੀਸਾ ਤੋਂ ਆਈ ਹੈ ਇਹ ਦ੍ਰੋਪਦੀ ਮੁਰਮੂ। ਨੈਕਸਟ ਕੁਐਸਚਨ ਆਪਣਾ ਹਾਊ ਮੈਨੀ ਮੈਡਲ ਵੋਨ ਬਾਈ ਇੰਡੀਆ ਇਨ 올림픽ਸ ਗੇਮ। 올림픽ਸ ਦੇ ਵਿੱਚ ਜਿਹੜੀ ਹੈਗੀ ਹੈ ਕਿੰਨੇ ਜਿਹੜੇ ਮੈਡਲ ਨੇ ਜਿੱਤੇ ਨੇ, ਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਕਿੰਨੇ 골ਡ ਜਿੱਤੇ ਨੇ, ਕਿੰਨੇ ਸਿਲਵਰ ਜਿੱਤੇ ਨੇ, ਕਿੰਨੇ ਬ੍ਰੌਂਜ ਜਿੱਤੇ ਨੇ। ਠੀਕ ਹੈ, ਤਾਂ ਇਹ ਆਪਾਂ ਜਿਹੜਾ ਇਹਦਾ ਕਰੈਕਟ ਆਨਸਰ ਹੈ ਕਿ 올림픽ਸ ਦੇ ਵਿੱਚ ਕਿੰਨੇ ਮੈਡਲ ਜਿੱਤੇ ਨੇ ਇੰਡੀਆ ਨੇ। ਇਹਦੇ ਵਿੱਚੋਂ 올림픽ਸ ਆਲ ਟਾਈਮ ਜਿਹੜੇ ਕਿੰਨੇ ਹੁਣ ਜਿਹੜੇ 올림픽ਸ ਹੋਏ ਸੀਗੇ ਉਹਦੇ ਵਿੱਚੋਂ ਕਿੰਨਵਾਂ ਰੈਂਕ ਆਇਆ ਤੇ ਕਿੰਨੇ ਜਿਹੜੇ ਹੈਗੇ ਨੇ ਮੈਡਲ ਉਹ ਜਿੱਤੇ ਗਏ ਨੇ। ਉਸ ਤੋਂ ਬਾਅਦ ਆਪਾਂ ਹੁਣ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਕਿ ਫਸਟ ਈਮੇਲ ਸੈਂਟ ਜਿਹੜੀ ਹੈਗੀ ਹੈ ਕਦੋਂ, ਪਹਿਲੀ ਈਮੇਲ ਜਿਹੜੀ ਹੈਗੀ ਹੈ ਕਦੋਂ ਭੇਜੀ ਗਈ ਸੀ? ਉਹ ਫਸਟ ਈਮੇਲ ਸੈਂਟ ਪਹਿਲੀ ਜਿਹੜੀ ਈਮੇਲ ਹੈ, ਯਾਨੀ ਕਿ ਇੱਕ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਈਮੇਲ ਜਿਹੜੀ ਹੈਗੀ ਪਹਿਲੀ ਵਾਰ ਆਪਾਂ ਜਦੋਂ ਕਿਸੇ ਨੂੰ ਮੇਲ ਕਰਦੇ ਹਾਂ, ਹੁਣ ਤਾਂ ਦੇਖੋ ਸਾਰਿਆਂ ਨੂੰ ਆਪਾਂ ਕੋਈ ਵੀ ਇੰਪੋਰਟੈਂਟ ਗੱਲ ਹੋਈ ਹੈ ਤਾਂ ਮੇਲ ਜਿਹੜੀ ਹੈਗੀ ਉਹ ਕਰ ਦਿੰਦੇ ਹਾਂ, ਪਰ ਕੁਐਸਚਨ ਇਹ ਪੁੱਛਿਆ ਗਿਆ ਕਿ ਪਹਿਲੀ ਵਾਰ ਜਿਹੜੀ ਮੇਲ ਹੈ ਉਹ ਕਿਹਨੂੰ ਭੇਜੀ ਸੀਗੀ? ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਆਪਣੇ ਕੋਲ ਉਹ ਹੈ 1971 ਦੇ ਵਿੱਚ ਜਿਹੜੀ ਹੈਗੀ ਪਹਿਲੀ ਈਮੇਲ ਜਿਹੜੀ ਹੈਗੀ ਆ ਉਹ ਭੇਜੀ ਗਈ ਸੀਗੀ। ਤੇ 26ਵਾਂ ਕੁਐਸਚਨ ਹੈ ਸੈਂਟਰਲ ਐਕਸਾਈਜ਼ ਡੇ ਇਜ਼ ਸੈਲੀਬ੍ਰੇਟਡ ਔਨ ਵਿਚ ਡੇਟ। ਸੈਂਟਰਲ ਐਕਸਾਈਜ਼ ਡੇ ਹੈ ਜਿਹੜਾ ਹੈਗਾ ਉਹ ਕਦੋਂ, ਕਿਹੜੀ ਡੇਟ ਨੂੰ ਜਿਹੜਾ ਹੈਗਾ ਉਹ ਮਨਾਇਆ ਜਾਂਦਾ? ਤਾਂ ਆਪਣੇ ਕੋਲ ਜਿਹੜਾ ਹੈਗਾ ਇਹਦਾ ਕਰੈਕਟ ਆਨਸਰ ਹੈ ਉਹ ਹੈ 24 ਫੈਬ ਨੂੰ ਕੀ ਮਨਾਉਂਦੇ ਆਪਾਂ? ਸੈਂਟਰਲ ਐਕਸਾਈਜ਼ ਡੇ।
ਇਹ ਲਾਸਟ ਕੁਐਸਚਨ ਆਪਣਾ ਅੱਜ ਦੀ ਵੀਡੀਓ ਦੇ ਵਿੱਚ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਤਾਂ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਇਹਨੂੰ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਪਤਾ ਲੱਗੇ। ਠੀਕ ਹੈ ਜੀ। ਇਹ ਲਾਸਟ ਕੁਐਸਚਨ ਹੈ, ਹਾਊ ਮੈਨੀ ਲਾਈਨਸ ਆਰ ਇਨ ਲੈਟੀਟਿਊਡ। ਲੈਟੀਟਿਊਡ ਹੁੰਦਾ ਇੱਕ ਲੌਂਗੀਟਿਊਡ ਹੁੰਦਾ। ਲੌਂਗੀਟਿਊਡ ਯਾਨੀ ਕਿ ਜਿਹੜੀਆਂ ਐਵੇਂ ਵਰਟੀਕਲ ਹੋਰੀਜ਼ੋਨਟਲ ਲਾਈਨ ਹੁੰਦੀਆਂ ਨੇ, ਲੈਟੀਟਿਊਡ ਯਾਨੀ ਕਿ ਜਿਹੜੀਆਂ ਵਰਟੀਕਲ ਲਾਈਨ ਹੁੰਦੀਆਂ ਨੇ। ਤੇ ਕਿੰਨੀਆਂ ਲਾਈਨਸ ਨੇ ਉਹ ਟੋਟਲ ਕਿੰਨੇ ਨੇ? 181 ਲਾਈਨਸ ਨੇ ਲੈਟੀਟਿਊਡ ਦੇ ਵਿੱਚ। 1 ਡਿਗਰੀ 111 ਕਿਲੋਮੀਟਰ ਨੂੰ ਡਿਨੋਟ ਕਰਦਾ ਹੈ। ਠੀਕ ਹੈ ਜੀ। ਤਾਂ ਇਹ ਸੀਗੇ ਜੀ ਆਪਣੇ ਅੱਜ ਦੇ ਕੁਐਸਚਨ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ। ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਹਨੂੰ, ਤੇ ਨੈਕਸਟ ਪਾਰਟ ਲਈ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ।